ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिलिए चुकै सब सोग संतापे। परम सन्मान जोग जुगो जुग अटल, चवर छतर तखत दे मालक शब्द सतगुरु। दसां पातशाहियां दी जोत धन धन श्री गुरु ग्रंथ साहिब जी महाराज जी दी पावन हजूरी दे विच जुड़ बैठी साध संगत जी। करो रसना पवित्र, कहो वाहिगुरु जी का खालसा, वाहिगुरु जी की फतेह। धन धन साहिब सतगुरु श्री गुरु ग्रंथ साहिब जी महाराज जी दी पावन सिद्धांत दी विचार जो गुरु पातशाह जी ने सिख नूं हुक्म कीता है कि धन धन श्री गुरु ग्रंथ साहिब महाराज जी दी पावन बाणी दे नाल जुड़ करके सिख अपने जीवन नूं सफल कर सकता है। सतगुरु श्री गुरु ग्रंथ साहिब महाराज जी समूची मानवता दे समूची मनुखता दे भले वास्ते कल्याणकारी हन। गुरु पातशाह जी की बख्शिश की हुई बाणी साडे जीवन की जाच है। यह गुरबाणी मुक्ति दाती है। सतगुरु पातशाह जी ने सानू बख्शिश किया है पावन उपदेश, जो सिद्धांत साडे जीवन को सफल करने वास्ते पातशाह ने बख्शिश किया है। उस दी विचार दे नाल आपां जुड़िए। जिहड़े मनुख संसार दे विच विचरदे हन, कई बार समाज विच आपां ये कहने आ कि साडे कोल समा नहीं असीं परमात्मा दा नाम जपीए, क्योंकि इत्थों तक भी कहा जाता है कि भाई साहब जी गुरुद्वारा साहब आउण दा समा कित्थे, साडा ते सिर खुरकण दा समा नहीं लगदा। कई बार मनुख जदों काम कार कर करके इन्ना खप जाता है तो कई बार ये भी सुनिया जाता है कि भाई साहब जी मरण दा टाइम नहीं, तुसीं कहंदे नाम जपो, तुसीं कहंदे गुरुद्वारा साहब आओ। तो सतगुरु पातशाह जी ने जो सानू बख्शिश किया है सिद्धांत, पावन भगत सहबाना की बाणी श्री गुरु ग्रंथ साहिब महाराज जी विच दर्ज है। भगत कबीर जी ने पावन बाणी दे विच अंकित किया है कि एक दिन भगत नामदेव जी दे कोल भगत त्रिलोचन जी जाते ने ते जाके भगत त्रिलोचन जी कहन लगे, नामदेव तू मेरा मित्र है, तू घर दे काम ही करदा रहना है, कदी परमात्मा का नाम भी जपिया कर, तू माया दे विच खचित है। इस पावन उपदेश नूं भगत कबीर जी ने अपनी रचना दे विच बयान किया है। नामा माया मोहिया कहे त्रिलोचन मीत, कि नामदेव तू माया दे विच मोया होया है, तेनू त्रिलोचन मित्र तेरा ये गल कहंदा है, तू माया दे विच खचित है। काहे छिपो छाए लै राम न लावां चीत, कि तू आ जिहड़ी घर दे काम कर रहा है, नामदेव जी
ਠੱਪੇ ਲਾਉਣ ਦਾ ਕੰਮ ਕਰਦੇ ਨੇ। ਰਜਾਈਆਂ ਦੇ ਜਿਹੜੇ ਕਵਰ ਨੇ ਉਹਨਾਂ ਦੇ ਉੱਤੇ ਫੁੱਲ ਬੂਟੇ ਛਾਪਦੇ ਨੇ, ਛਾਪੇ ਲਾਉਣ ਦਾ ਕੰਮ ਕਰਦੇ ਨੇ। ਤੇ ਭਗਤ ਸਹਿਬਾਨ ਜੀ ਕਹਿਣ ਲੱਗੇ, ਭਗਤ ਤ੍ਰਿਲੋਚਨ ਜੀ ਨਾਮਦੇਵ, ਤੂੰ ਕਾਹੀ ਛੀਪੋ ਛਾਏ ਲੈ, ਕਿਉਂ ਰਜਾਈਆਂ ਦੇ ਇਹਨਾਂ ਕਵਰਾਂ ਦੇ ਉੱਤੇ ਠੱਪੇ ਲਾਈ ਜਾਣਾ ਹੈ, ਇਹਨਾਂ ਦੇ ਉੱਤੇ ਫੁੱਲ ਬੂਟੇ ਪਾਈ ਜਾਣਾ ਹੈ। ਰਾਮ ਦੇ ਨਾਲ ਕਦੀ ਚਿੱਤ ਵੀ ਲਾ, ਤੂੰ ਤੇ ਮਾਇਆ ਦੇ ਵਿੱਚ ਖਚਤ ਹੈ, ਘਰ ਦੇ ਕੰਮਾਂ ਦੇ ਵਿੱਚ ਖਚਤ ਹੈ। ਤੇ ਅੱਗੋਂ ਨਾਮਦੇਵ ਭਗਤ ਜੀ ਤ੍ਰਿਲੋਚਨ ਭਗਤ ਜੀ ਨੂੰ ਜਵਾਬ ਦਿੰਦੇ ਨੇ, ਕਹਿੰਦੇ ਤ੍ਰਿਲੋਚਨ ਮਿੱਤਰ ਸੁਣ, ਇਹ ਨਾਮਦੇਵ ਘਰ ਦੇ ਕੰਮ ਵੀ ਕਰ ਰਿਹਾ ਹੈ, ਲੇਕਿਨ ਪਰਮਾਤਮਾ ਦੇ ਨਾਲ ਚੀਤ ਜਿਹੜਾ ਲਾਇਆ ਹੋਇਆ ਹੈ, ਮੈਂ ਪਰਮਾਤਮਾ ਦੀ ਬੰਦਗੀ ਵੀ ਕਰਦਾ ਹਾਂ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ। ਨਾਮਦੇਵ ਜੀ ਕਹਿਣ ਲੱਗੇ, ਹੇ ਤ੍ਰਿਲੋਚਨ ਸੁਣ, ਮੁਖ ਦੇ ਨਾਲ ਤੂੰ ਰਾਮ ਦੀ ਸੰਭਾਲ ਕਰ, ਆਪਣੇ ਮੁਖ ਤੋਂ ਪਰਮਾਤਮਾ ਦਾ ਨਾਮ ਲਿਆ ਕਰ, ਤੇ ਚੀਤ ਜਿਹੜਾ ਹੈ ਉਹ ਤੇਰਾ ਪਰਮਾਤਮਾ ਦੇ ਨਾਲ ਜੁੜਿਆ ਹੋਵੇ। ਨਾਮਾ ਕਹੇ ਤਿਲੋਚਨਾ, ਮੁਖ ਤੇ ਰਾਮ ਸੰਭਾਲ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਕਿ ਹੇ ਤ੍ਰਿਲੋਚਨ ਜੀ, ਹੱਥਾਂ ਪੈਰਾਂ ਦੇ ਨਾਲ ਕੰਮ ਕਰ, ਹੱਥਾਂ ਪੈਰਾਂ ਦੇ ਨਾਲ ਕੰਮ ਕਰਦਿਆਂ ਹੋਇਆਂ ਮੈਂ ਉਸ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹਾਂ। ਤੇ ਹੱਥਾਂ ਪੈਰਾਂ ਦੇ ਨਾਲ ਕਿਰਤ ਕਰਦੇ ਹੋਏ, ਘਰ ਦੇ ਕੰਮ ਕਰਦੇ ਹੋਏ, ਚੀਤ ਨਿਰੰਜਨ ਨਾਲ ਆਪਣਾ ਜਿਹੜਾ ਚਿੱਤ ਹੈ ਉਸ ਨੂੰ ਨਿਰੰਜਨ, ਜੋ ਮਾਇਆ ਰਹਿਤ ਹੈ, ਜੋ ਕਾਲਖ ਰਹਿਤ ਹੈ, ਉਸ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਰੱਖ। ਇਹ ਭਗਤ ਕਬੀਰ ਜੀ ਨੇ ਪਾਵਨ ਰਚਨਾ ਜਿਹੜੀ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਜੋ ਪਾਵਨ ਸਿਧਾਂਤ ਹੈ, ਜਦੋਂ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪਾਂ ਬਾਣੀ ਗਾਇਨ ਕਰਦੇ ਹਾਂ ਤੇ ਭਗਤ ਤ੍ਰਿਲੋਚਨ ਜੀ ਫਿਰ ਪੁੱਛਦੇ ਨੇ ਭਗਤ ਨਾਮਦੇਵ ਜੀ ਨੂੰ, ਨਾਮਦੇਵ ਇਹ ਕਿਵੇਂ ਹੋ ਸਕਦਾ ਹੈ ਕਿ ਮਨੁੱਖ ਘਰ ਦੇ ਕੰਮ ਵੀ ਕਰਦਾ ਰਵੇ, ਕਾਰੋਬਾਰ ਵੀ ਕਰਦਾ ਰਵੇ ਤੇ ਪਰਮਾਤਮਾ ਦਾ ਨਾਮ ਵੀ ਜਪੇ? ਕਿਵੇਂ ਜਪਿਆ ਜਾ ਸਕਦਾ ਹੈ? ਕਿਵੇਂ ਤੂੰ ਕਹਿਣਾ ਹੈ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ? ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਸੁਣ ਮਿੱਤਰ ਤ੍ਰਿਲੋਚਨ, ਕੱਲਾ ਮੈਂ ਹੀ ਨਹੀਂ ਜਪ ਰਿਹਾ, ਤੈਨੂੰ ਉਦਾਹਰਨਾਂ ਦੇ ਕੇ ਸਮਝਾਉਣਾ ਹੈ ਮਿੱਤਰ ਤ੍ਰਿਲੋਚਨ। ਸੁਣ ਕਿ ਇਸ ਤਰ੍ਹਾਂ ਕੰਮਕਾਰ ਕਰਦੇ ਆਪਾਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ। ਤੇ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਰਾਮ ਕਲੀ ਰਾਗ ਦੇ ਵਿੱਚ ਅੰਕਿਤ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ, ਹੇ ਮਿੱਤਰ ਤ੍ਰਿਲੋਚਨ ਸੁਣ, ਆਨੀ ਲੈ ਕਾਗਦ ਕਾਟੀ ਲੈ ਗੁੱਡੀ, ਆਕਾਸ਼ ਮਦੇ ਭਰਮੀ ਅਲੇ। ਕਹਿਣ ਲੱਗੇ ਤ੍ਰਿਲੋਚਨ ਮਿੱਤਰ ਸੁਣ, ਬੱਚਿਆਂ ਤੋਂ ਇਹ ਉਦਾਹਰਨ ਲਈ ਹੈ ਕਿ ਬੱਚੇ ਕਾਗਜ਼ ਲਿਆਉਂਦੇ ਨੇ, ਉਹਨਾਂ ਨੇ ਕਾਗਜ਼ ਲਿਆਂਦਾ ਤੇ ਕਾਗਜ਼ ਨੂੰ ਕੱਟ ਕੇ ਪਤੰਗ ਬਣਾਈ, ਉਸ ਪਤੰਗ ਨੂੰ ਆਕਾਸ਼ ਦੇ ਵਿੱਚ, ਮੱਧ ਆਕਾਸ਼ ਦੇ ਵਿੱਚ ਉੱਚੇ ਥਾਂ ਵੱਲ ਨੂੰ ਉਡਾ ਦਿੱਤਾ। ਆਨੀਲੇ ਕਾਗਦ, ਆਨੀਲੇ ਦਾ ਭਾਵ ਲਿਆਂਦਾ, ਕਾਗਜ਼ ਲਿਆਂਦਾ, ਕਾਟੀ ਲੈ ਗੁੱਡੀ, ਗੁੱਡੀ ਕਹਿੰਦੇ ਨੇ ਪਤੰਗ ਨੂੰ, ਕੱਟ ਕੇ ਪਤੰਗ ਬਣਾਈ ਤੇ ਉਸ ਪਤੰਗ ਨੂੰ ਬਣਾ ਕੇ ਕੀ ਕੀਤਾ, ਆਕਾਸ਼ ਮਦੇ ਭਰਮੀ ਅਲੇ, ਉਹਨਾਂ ਬੱਚਿਆਂ ਨੇ ਮੱਧ ਆਕਾਸ਼ ਵਿੱਚ ਉੱਚੀ ਉੱਡਣ ਵਾਸਤੇ ਛੱਡ ਦਿੱਤਾ। ਤੇ ਹੋਇਆ ਕਿ ਪੰਚ ਜਨਾ ਸਿਉ ਬਾਤ ਬਤਉਆ, ਚੀਤ ਸੋ ਡੋਰੀ ਰਾਖੀ ਅਲੇ। ਉਹ ਬੱਚੇ ਜਿਹੜੇ ਨੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ, ਸੰਗੀਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ, ਬਾਤਾਂ ਕਰਦੇ ਨੇ, ਪਰ ਜਿਹੜਾ ਚੀਤ ਹੈ ਉਹਨਾਂ ਦਾ, ਉਹਨਾਂ ਬੱਚਿਆਂ ਦਾ ਪਤੰਗ ਉਡਾਉਣ ਵਾਲਿਆਂ ਦਾ ਡੋਰੀ ਦੇ ਵਿੱਚ ਹੈ। ਉਹ ਧਿਆਨ ਉਧਰ ਹੈ ਕਿ ਕਿਤੇ ਸਾਡੀ ਪਤੰਗ ਕੱਟੀ ਨਾ ਜਾਵੇ, ਕਿਤੇ ਸਾਡੀ ਪਤੰਗ ਥੱਲੇ ਨਾ ਆ ਜਾਵੇ। ਜਿਵੇਂ ਉਹ ਬੱਚੇ ਗੱਲਾਂ ਬਾਤਾਂ ਕਰਦੇ ਆਪਸ ਵਿੱਚ ਸਾਥੀਆਂ ਦੇ ਨਾਲ ਪਤੰਗ ਉਡਾਉਂਦੇ ਨੇ ਤੇ ਧਿਆਨ ਉਹਨਾਂ ਦਾ ਪਤੰਗ ਦੀ ਡੋਰੀ ਵਿੱਚ ਹੁੰਦਾ ਹੈ। ਹੇ ਤ੍ਰਿਲੋਚਨ,
इस तरह है मेरे मित्र ਆਪਾਂ ਕੰਮਕਾਰ ਕਰਦੇ ਹੋਏ परमात्मा ਦਾ ਨਾਮ ਜਿਹੜਾ ਜਪ ਸਕਦੇ ਹਾਂ। ਫਿਰ ਕਹਿੰਦੇ ਭਗਤ ਨਾਮਦੇਵ ਜੀ ਮਨ ਰਾਮ ਨਾਮਾ ਬੇਦੀਅਲੇ ਕਿ ਮੇਰਾ ਜਿਹੜਾ ਮਨ ਹੈ ਨਾ ਉਹ ਰਾਮ ਦੇ ਨਾਮ ਦੇ ਵਿੱਚ ਇਸ ਤਰ੍ਹਾਂ ਵਿੰਨਿਆ ਹੋਇਆ ਹੈ ਕਿ ਮੇਰਾ ਮਨ ਇਸ ਤਰ੍ਹਾਂ ਜੁੜਿਆ ਹੋਇਆ ਹੈ ਜਿਵੇਂ ਜੈਸੇ ਕਨਕ ਕਲਾ ਚਿਤ ਮਾਂਡੀਅਲੇ। कनक कला, कनक कहते सोने नूं, कला कहते सोने की कला नूं जानन वाला सुनियारा। जिस तरह सुनियारा सोने के गहने बनाउंदा है, घाड़त घड़दा है, ते सोने के गहने बनाउंदियां सुनियारे का ध्यान उस कुठाली विच हुंदा है कि किवें गहने की घाड़त बनाउणी है। ते जदों कोई ग्राहक आ जाता है उस नूं फिर दसी भी जाता है कि इन्ने की छाप बनेगी, इन्ने का छल्ला बनेगा, इन्ने की चैनी गानी बनेगी, इन्ने का कैंठा क्लिप बनणगे। इस तरह सारा कुछ दसी भी जाता है ते गहने दे विच ओदी घाड़त दे विच ध्यान भी रखदा है। जैसी कनक कला चित मांडियले, इस तरह अपने मन नूं जोड़ के वो रखदा है। सोने का ਜਿਹੜਾ ਕਾਰਜ ਕਰਨ ਵਾਲਾ, सोने की कार ਕਰਨ ਵਾਲਾ सुनियारा अपने मन ਨੂੰ ਗਹਿਣੇ ਦੀ ਘਾੜਤ ਵਿੱਚ ਜੋੜ ਕੇ ਰੱਖਦਾ ਹੈ ਤੇ ਆਉਂਦੇ ਜਾਂਦੇ ਗ੍ਰਾਹਕਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ। ਫਿਰ ਤੀਸਰੀ ਉਦਾਹਰਣ ਭਗਤ ਨਾਮਦੇਵ ਜੀ ਕਹਿੰਦੇ, हे ਤ੍ਰਿਲੋਚਨ ਮਿੱਤਰ ਹੋਰ ਸੁਣ। ਆਨੀਲੇ ਕੁੰਭ ਭਰਾਈ ਲੈ ਉਦਕ ਰਾਜ ਕੁਆਰ ਪੁਰੰਦਰੀਏ। ਕਹਿੰਦੀ ਨੌਜਵਾਨ ਬੱਚੀਆਂ ਨੇ, नौजवान बच्चियां ने घड़ा लिया, घड़े लिया करके आनी ले कुंभ, कुंभ कहते घड़े नूं आनी ले लिया। उस घड़िया नूं चुक करके नौजवान बच्चियां, कुआरियां बच्चियां जिहड़ियां ने वो पानी लैण वास्ते जांदियां ने। नगर तो बाहर, शहर तो बाहर पानी भरन वास्ते जांदियां ने। पुरातन समय च पानी खूहां तो भर के लिआंदा जांदा सी ਜਾਂ ਨਦੀਆਂ ਤੋਂ ਭਰ ਕੇ ਲਿਆਂਦਾ ਜਾਂਦਾ ਸੀ। ਅੱਜ ਵੀ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਘਾਟ ਹੁੰਦੀ ਹੈ, ਰੇਗਿਸਤਾਨ ਦੇ ਇਲਾਕੇ, ਰੇਤਾ ਵਾਲੇ ਇਲਾਕਿਆਂ ਵਿੱਚ, ਜਹਾਂ ਪਹਾੜ ਦੇ ਇਲਾਕਿਆਂ ਦੇ ਵਿੱਚ ਪਾਣੀ ਬਹੁਤ ਦੂਰੋਂ ਭਰ ਕੇ ਲਿਆਉਣਾ ਪੈਂਦਾ ਹੈ। ਠੀਕ ਇਸੇ ਤਰ੍ਹਾਂ ਉਹ ਬੱਚੀਆਂ ਨਗਰ ਤੋਂ ਬਾਹਰ, ਸ਼ਹਿਰ ਤੋਂ ਬਾਹਰ ਜਾਂਦੀਆਂ ਨੇ ਪਾਣੀ ਭਰਨ ਵਾਸਤੇ। ਆਨੀ ਲੈ ਕੁੰਭ ਭਰਾਈ ਲੈ ਉਦਕ, ਉਹਨਾਂ ਘੜਿਆਂ ਦੇ ਵਿੱਚ ਉਹਨਾਂ ਨੇ ਪਾਣੀ ਭਰਿਆ ਤੇ ਘੜੇ ਬੜੇ ਪਿਆਰ ਦੇ ਨਾਲ ਸਿਰ ਦੇ ਉੱਤੇ ਟਿਕਾ ਲੈ ਤੇ ਕੀ ਕਰਦੀਆਂ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀਅਲੇ। ਆਪਸ ਵਿੱਚ ਭੈਣਾਂ ਜਿਹੜੀਆਂ ਨੇ ਗੱਲਾਂ ਬਾਤਾਂ ਕਰਦੀਆਂ ਨੇ, ਹੱਸਦੀਆਂ ਨੇ, ਸਹੇਲੀਆਂ ਇੱਕ ਦੂਜੀ ਨੂੰ ਹਸਾਉਂਦੀਆਂ ਨੇ, ਵਿਚਾਰ ਕਰਦੀਆਂ ਨੇ, ਗੱਲਾਂ ਕਰਦੀਆਂ ਨੇ। ਹਸਤ ਬਿਨੋਦ ਵਿਚਾਰ ਕਰਤੀ ਹੈ, पर उन्हों जिहड़ा चित्त है ना वो घड़ियां दे विच जुड़िया होया है कि मता मेरे सिर तो घड़ा जिहड़ा डिग जावे ते टुट जावे, उस घड़ियां दे विचों पानी ना डुल जावे। इन्नी एकाग्रता है गल्लां बातां करदियां होया, विचारां करदियां होया, हसदियां होया भी वो भैणां जिहड़ियां ने ध्यान अपना घड़ियां वल रखदियां ने। भगत त्रिलोचन है मेरे मित्र, इस तरह काम कार करदियां होया परमात्मा दे नाल जिहड़ा चित्त जोड़िया जा सकता है। फिर अगे उदाहरण दिंदे कहंदे, हे मेरे मित्र एक उदाहरण होर सुन। कहंदे ने मंदर एक दुआर दस जाके गऊ चरावण छाड़ियले। कहंदी एक मंदिर है, उहदे 10 दुआरे ने, उहदे बूहे खुले हुए ने, उन्हां दे विचों एक गां नूं चरण वास्ते छड़ दिता जाता है ते बहुत दूर 5 कोह तक भी अगर वो गां चरण वास्ते चली जावे ते उहदे विच मंदिर दे विच जिहड़ा उहदा वच्छा है उस नूं बन्निया जाता है ते उहदा गां दा ध्यान जिहड़ा है उस वच्छे वल रहिंदा है। गां चरदी हुई भी 5 कोह ते ध्यान जिहड़ा है वच्छे वल रखदी है। 5 कोस पर गऊ चरावत चीत सो बछरा राखियले। कहंदे अपना चित्त जिहड़ा है वो वच्छे दे विच रखदी है। ठीक इसे तरह हे त्रिलोचन ये साडा शरीर रूपी भी मंदिर है, इहदे भी द्वारे 10 ने, इन्हां दे विचों भी
ਜਿਹੜਾ ਹੈ ਸੁਰਤ ਜਿਹੜੀ ਹੈ ਉਸ ਗਾਂ ਵਾਂਗ ਵੱਛੇ ਦੇ ਵਿੱਚ ਰੱਖਣੀ, ਭਾਵ ਉਸ ਸੁਰਤ ਨੂੰ ਅਸੀਂ ਪਰਮਾਤਮਾ ਦੇ ਨਾਲ ਇਸ ਤਰੀਕੇ ਦੇ ਨਾਲ ਜੋੜ ਸਕਦੇ ਹਾਂ। ਫਿਰ ਅੱਗੇ ਇੱਕ ਉਦਾਹਰਣ ਭਗਤ ਨਾਮਦੇਵ ਜੀ ਕਹਿੰਦੇ, ਹੇ ਮੇਰੇ ਤ੍ਰਿਲੋਚਨ ਮਿੱਤਰ ਹੋਰ ਸੁਣ। ਅੱਗੇ ਉਦਾਹਰਣ ਦਿੰਦੇ ਨੇ, ਨਾਮਾ ਕਹੇ ਤਿਲੋਚਨਾ, ਕਿ ਹੇ ਤ੍ਰਿਲੋਚਨ ਭਗਤ ਇੱਕ ਉਦਾਹਰਣ ਤੈਨੂੰ ਮੈਂ ਹੋਰ ਦੇਣਾ, ਉਹ ਸੁਣ। ਕਹਿਤ ਨਾਮ ਦਿਓ ਸੁਣੋ ਤਿਲੋਚਨ, ਬਾਲਕ ਪਾਲਣ ਪੌਡੀਅਲੇ। ਕਹਿਤ ਨਾਮ ਦਿਓ, ਨਾਮਦੇਵ ਤੈਨੂੰ ਕਹਿੰਦਾ ਹੈ, ਹੇ ਮੇਰੇ ਮਿੱਤਰ ਤ੍ਰਿਲੋਚਨ ਇੱਕ ਉਦਾਹਰਣ ਹੋਰ ਸੁਣ। ਕਹਿਤ ਨਾਮ ਦਿਓ ਸੁਣੋ ਤਿਲੋਚਨ, ਬਾਲਕ ਪਾਲਣ ਪੌਡੀਅਲੇ। ਪਾਲਣ ਕਹਿੰਦੇ ਪਲਣਾ, ਪੰਘੂੜਾ। ਇੱਕ ਬੀਬੀ ਜੋ ਬੱਚੇ ਦੀ ਮਾਂ ਹੈ, ਉਹ ਮਾਂ ਬੱਚੇ ਨੂੰ ਉਸ ਪੰਘੂੜੇ ਦੇ ਵਿੱਚ ਪਾਉਂਦੀ ਹੈ ਤੇ ਪੰਘੂੜੇ ਦੇ ਵਿੱਚ ਪਾ ਕੇ ਉਸ ਨੂੰ ਹੂਟਾ ਦੇ ਕੇ ਤੇ ਕੀ ਕਰਦੀ ਹੈ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀਅਲੇ। ਕਹਿੰਦੇ ਹੈ ਮਿੱਤਰ ਤ੍ਰਿਲੋਚਨ ਸੁਣ, ਉਹ ਮਾਂ ਜਿਹੜੀ ਬੱਚੇ ਨੂੰ ਪੰਘੂੜੇ ਦੇ ਵਿੱਚ ਪਾ ਕੇ ਬੱਚੇ ਨੂੰ ਝੂਟਾ ਦੇ ਦਿੰਦੀ ਹੈ, ਬੱਚੇ ਨੂੰ ਪਲਣੇ ਵਿੱਚ ਪਾ ਕੇ ਉਸ ਨੂੰ ਝੂਟਾ ਦੇ ਦਿੰਦੀ ਹੈ ਤੇ ਬੱਚਾ ਉਸ ਪੰਘੂੜੇ 'ਚ ਪਿਆ ਸੁੱਤਾ ਹੋਇਆ ਝੂਟੇ ਲੈ ਕੇ ਸੌ ਜਾਂਦਾ ਹੈ ਤੇ ਉਹ ਮਾਂ ਜਿਹੜੀ ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੁਬਾਰਕ ਰਾਖੀਅਲੇ, ਕਿ ਅੰਦਰ ਬਾਹਰ ਭੱਜ ਨੱਠ ਕੇ ਉਹ ਮਾਂ ਫਿਰ ਕੰਮ ਕਰਦੀ ਹੈ, ਲੇਕਿਨ ਆਪਣਾ ਧਿਆਨ ਜਿਹੜਾ ਉਸ ਦਾ ਹੈ ਉਹ ਬੱਚੇ ਵਿੱਚ ਹੁੰਦਾ ਹੈ ਕਿ ਮਤਾ ਮੇਰਾ ਬੱਚਾ ਪੰਘੂੜੇ ਵਿੱਚ ਰੋਣ ਲੱਗ ਪਵੇ, ਮੇਰਾ ਬੱਚਾ ਕਿਤੇ ਪੰਘੂੜੇ 'ਚੋਂ ਡਿੱਗ ਨਾ ਪਵੇ। ਤੇ ਕੰਮਕਾਰ ਕਰਦਿਆਂ ਹੋਇਆਂ ਵੀ ਉਹ ਮਾਂ ਜਿਹੜੀ ਹੈ ਉਹ ਧਿਆਨ ਆਪਣੇ ਬੱਚੇ ਵਿੱਚ ਰੱਖਦੀ ਹੈ। ਇਹ ਉਦਾਹਰਨਾਂ ਦੇ ਕੇ ਭਗਤ ਨਾਮਦੇਵ ਜੀ ਨੇ ਆਪਣੇ ਤ੍ਰਿਲੋਚਨ ਮਿੱਤਰ ਭਗਤ ਤ੍ਰਿਲੋਚਨ ਜੀ ਨੂੰ ਸਮਝਾਉਣਾ ਕੀਤਾ ਹੈ ਕਿ ਹੇ ਮੇਰੇ ਮਿੱਤਰ ਤ੍ਰਿਲੋਚਨ, ਇਸ ਤਰ੍ਹਾਂ ਜਿਵੇਂ ਉਹ ਬੱਚੇ ਪਤੰਗ ਉਡਾਉਂਦੇ ਹੋਏ ਵੀ, ਗੱਲਾਂ ਬਾਤਾਂ ਕਰਦੇ ਹੋਏ ਵੀ ਧਿਆਨ ਉਹਨਾਂ ਦਾ ਡੋਰੀ ਵਿੱਚ ਹੁੰਦਾ ਹੈ, ਉਸ ਤਰ੍ਹਾਂ ਤੇ ਜਿਵੇਂ ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰਾ ਆਉਂਦੇ ਜਾਂਦੇ ਗ੍ਰਾਹਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਧਿਆਨ ਉਸ ਦਾ ਕੁਠਾਲੀ ਵਿੱਚ ਘਾੜਤ ਘੜੀ ਜਾ ਰਹੀ ਗਹਿਣੇ ਜੋ ਸੋਨੇ ਦੇ ਗਹਿਣੇ ਵੱਲ ਉਹ ਰੱਖਦਾ ਹੈ, ਠੀਕ ਇਸੇ ਤਰ੍ਹਾਂ ਜਿਵੇਂ ਉਹ ਬੀਬੀਆਂ ਨਗਰ ਤੋਂ ਬਾਹਰ ਜਾ ਕੇ ਪਾਣੀ ਭਰ ਕੇ ਲੈ ਕੇ ਆਉਂਦੀਆਂ ਨੇ, ਇਤਨੀ ਇਕਾਗਰਤਾ ਦੇ ਨਾਲ ਆਉਂਦੀਆਂ ਨੇ ਕਿ ਜਦੋਂ ਘੜਾ ਸਿਰ ਤੇ ਰੱਖਿਆ ਜਾਂਦਾ ਹੈ ਬਿੰਨੂ ਰੱਖ ਕੇ, ਤੇ ਕਈਆਂ ਦੀ ਇਕਾਗਰਤਾ ਇਤਨੀ ਹੁੰਦੀ ਹੈ ਕਿ ਹੱਥਾਂ ਨਾਲ ਫੜਨ ਤੋਂ ਬਿਨਾਂ ਵੀ ਉਹ ਘੜਾ ਜਿਹੜਾ ਸਿਰ ਦੇ ਉੱਤੇ ਟਿਕਿਆ ਰਹਿੰਦਾ ਹੈ। ਇਤਨੀ ਇਕਾਗਰਤਾ ਦੇ ਨਾਲ ਉਹ ਘੜੇ ਨੂੰ ਟਿਕਾ ਕੇ ਰੱਖਦੀਆਂ ਨੇ ਤੇ ਆਪਸ ਵਿੱਚ ਗੱਲਾਂ ਬਾਤਾਂ ਵੀ ਕਰਦੀਆਂ ਨੇ, ਵਿਚਾਰਾਂ ਵੀ ਕਰਦੀਆਂ ਨੇ। ਹੇ ਤ੍ਰਿਲੋਚਨ ਮੇਰੇ ਮਿੱਤਰ, ਜਿਸ ਤਰ੍ਹਾਂ ਗਾਂ ਬਹੁਤ ਦੂਰ ਚਰਨ ਵਾਸਤੇ ਛੱਡ ਦਈਏ ਤੇ ਮੰਦਰ ਦੇ 10 ਦੁਆਰੇ ਹੋਣ, ਬੱਚਾ ਉੱਥੇ ਵੱਜਾ ਹੋਵੇ ਤੇ ਗਾਂ ਦਾ ਧਿਆਨ ਉਸ ਬਛੜੇ ਵੱਲ ਹੁੰਦਾ ਹੈ ਤੇ ਜਿਵੇਂ ਮਾਂ ਪੰਘੂੜੇ ਵਿੱਚ ਬਾਲਕ ਨੂੰ ਪਾ ਕੇ ਉਸ ਨੂੰ ਝੂਟਾ ਦੇ ਕੇ ਸੁਆ ਦਿੰਦੀ ਹੈ ਤੇ ਅੰਦਰ ਬਾਹਰ ਕੰਮ ਕਰਦੀ ਹੈ, ਉਸ ਮਾਂ ਦਾ ਧਿਆਨ ਵੀ ਆਪਣੇ ਬੱਚੇ ਵੱਲ ਹੁੰਦਾ ਹੈ। ਠੀਕ ਇਸੇ ਤਰ੍ਹਾਂ ਹੇ ਤ੍ਰਿਲੋਚਨ ਮਿੱਤਰ, ਕੰਮਕਾਰ ਕਰਦਿਆਂ ਆਪਣੇ ਗਿਆਨ ਇੰਦਰੀਆਂ ਨਾਲ, ਕਰਮ ਇੰਦਰੀਆਂ ਦੇ ਨਾਲ ਅਸੀਂ ਕਾਰ ਕਰਦਿਆਂ ਜਿਹੜਾ ਧਿਆਨ ਹੈ ਉਹ ਪਰਮਾਤਮਾ ਦੇ ਨਾਲ ਰੱਖਣਾ ਹੈ। ਇਸ ਤਰ੍ਹਾਂ ਨਾਮ ਜਪਿਆ ਜਾ ਸਕਦਾ ਹੈ। ਇਹ ਜੁਗਤੀਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਦਰਜ ਹਨ। ਅੱਜ ਅਸੀਂ ਪੁੱਛਦੇ ਹਾਂ ਕਈ ਵਾਰ ਮਹਾਂਪੁਰਸ਼ਾਂ ਨੂੰ ਕਿ ਸਾਨੂੰ ਜੁਗਤੀ ਦੱਸੋ ਕਿ ਮਨ ਦੀ ਸ਼ਾਂਤੀ ਹੋਵੇ, ਨਾਮ ਕਿਵੇਂ ਜਪਿਆ ਜਾਵੇ। ਇਸ ਤਰ੍ਹਾਂ ਜਿਹੜੇ ਲੋਕ ਕਹਿੰਦੇ ਨੇ ਸਾਡੇ ਕੋਲ ਸਮਾਂ ਨਹੀਂ, ਅਸੀਂ ਕਿਰਤ ਕਰਦੇ ਹੋਏ ਵੀ ਇਸ ਤਰ੍ਹਾਂ ਨਾਮ ਜਪ ਸਕਦੇ ਹਾਂ, ਡਿਊਟੀ ਕਰਦੇ ਹੋਏ, ਦੁਕਾਨ ਤੇ ਬੈਠੇ ਹੋਏ, ਹਲ ਵਾਹੁੰਦੇ ਹੋਏ, ਖੇਤੀ ਕਰਦੇ, ਪੱਠੇ ਵੱਢਦੇ, ਪਸ਼ੂ ਚਾਰਦੇ, ਵਣਜ ਵਪਾਰ ਕਰਦੇ, ਸਫ਼ਰ ਦੇ ਵਿੱਚ ਆਉਂਦੇ ਜਾਂਦੇ ਵੀ ਪਰਮਾਤਮਾ ਦਾ ਨਾਮ ਆਪਾਂ ਜਪ ਸਕਦੇ ਹਾਂ। ਆਪਾਂ ਪਰਮਾਤਮਾ ਦਾ ਨਾਮ ਇਸ ਤਰੀਕੇ ਨਾਲ ਜਪ ਸਕਦੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਨੇ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਅਸੀਂ ਉੱਠਦਿਆਂ ਬਹਿੰਦਿਆਂ ਸੁੱਤਿਆਂ ਮਾਰਗ ਤੇ ਚੱਲਦਿਆਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ। ਹੱਥ ਕਾਰ ਵੱਲ,
ਚਿੱਤ ਜਾਰ ਵੱਲ, ਹੱਥ ਜਿਹੜਾ ਸਾਡਾ ਕਿਰਤਕਾਰ ਵੱਲ ਹੋਣਾ ਚਾਹੀਦਾ ਹੈ, ਤੇ ਧਿਆਨ ਜਿਹੜਾ ਜਿਸ ਤਰ੍ਹਾਂ ਉਦਾਹਰਣਾਂ ਦੇ ਕੇ ਗੁਰਬਾਣੀ ਦੇ ਵਿੱਚ ਇਹ ਸਮਝਾਇਆ ਗਿਆ ਹੈ, ਇਸ ਤਰ੍ਹਾਂ ਅਸੀਂ ਆਪਣੇ ਚਿੱਤ ਨੂੰ ਪਰਮਾਤਮਾ ਦੇ ਨਾਲ ਜੋੜ ਸਕਦੇ ਹਾਂ। ਇਹ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੀ ਵਿਚਾਰ ਇਤਨੀ ਹੀ ਪ੍ਰਵਾਨ ਕਰਨੀ। ਕਿਰਤ ਕਰੀਏ, ਨਾਮ ਜਪੀਏ, ਵੰਡ ਕੇ ਛਕੀਏ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।